ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੇ ਉੱਪਰ ਕਰਾਂਗੇ। ਗੱਲ ਕਰਾਂਗੇ ਜੋ ਅੱਜ ਡਿਬੇਟ ਹੋਣ ਜਾ ਰਹੀ ਹੈ, ਜਿਸ ਦੇ ਵਿੱਚ 5 ਲੀਡਰ ਇੱਕ ਦੂਸਰੇ ਦੇ ਆਮੋ ਸਾਹਮਣੇ ਨਜ਼ਰ ਆਉਣਗੇ। ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਸੰਬੰਧੀ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਇਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਜਿੱਥੇ ਵੱਡੇ ਪੱਧਰ ਦੇ ਉੱਪਰ ਹੁਣ ਇਸ ਵੈਕਸੀਨ ਪਾਸਪੋਰਟ ਨੂੰ ਸਪੋਰਟ ਕੀਤਾ ਜਾ ਰਿਹਾ ਹੈ, ਪਰ ਇਸ ਨੂੰ ਲੈ ਕੇ ਪ੍ਰੋਟੈਸਟ ਵੀ ਹੋਇਆ ਹੈ। ਇਹਨਾਂ तमाम ਖਬਰਾਂ ਦਾ ਜਿਹੜਾ ਜ਼ਿਕਰ ਹੈ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁਰ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ, ਸੋ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਡਿਬੇਟ ਹੋਣ ਵਾਲੀ ਹੈ ਉਸ ਦੇ ਉੱਪਰ ਹੀ ਕਰ ਲੈਂਦੇ ਆ। 5 ਸਿਆਸੀ ਪਾਰਟੀਆਂ ਦੇ ਲੀਡਰ ਇੱਕ ਦੂਸਰੇ ਦੇ ਆਮੋ ਸਾਹਮਣੇ ਨਜ਼ਰ ਆਉਣਗੇ। ਫ੍ਰੈਂਚ ਭਾਸ਼ਾ ਦੇ ਵਿੱਚ ਡਿਬੇਟ ਹੋਵੇਗੀ। ਸੋ ਇਸ ਦੇ ਵਿੱਚ ਕੀ ਮੁੱਖ ਮੁੱਦਾ ਰਹਿਣ ਵਾਲਾ ਹੈ ਕਿ ਇਹਨਾਂ ਨੂੰ ਲੈ ਕੇ ਅੱਜ ਡਿਬੇਟ ਦੇ ਵਿੱਚ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਇੱਕ ਦੂਜੇ ਨੂੰ ਘੇਰਦੇ ਹੋਏ ਦਿਖਾਈ ਦੇਣਗੇ। ਜੀ ਬਿਲਕੁਲ ਇੰਦਰਪ੍ਰੀਤ, ਕਿਉਂਕਿ ਇਹ ਜਿਹੜੀ ਡਿਬੇਟ ਹੁੰਦੀ ਆ ਕੰਪੇਨ ਦਾ ਸਭ ਤੋਂ ਜਿਹੜਾ ਦਿਲਚਸਪ ਅਸੀਂ ਕਹਿ ਸਕਦੇ ਹਾਂ ਕਿ ਪਾਰਟ ਹੁੰਦਾ ਹੈ, ਔਰ ਲੋਕ ਪੂਰੇ ਮੁਲਕ ਦੇ ਉਡੀਕ ਕਰਦੇ ਆ ਕਿ ਕਦੋਂ ਇਹ ਸਾਰੇ ਲੀਡਰ ਇੱਕ ਦੂਜੇ ਦੇ ਸਾਹਮਣੇ ਆਉਣਗੇ। ਕਿਉਂਕਿ ਆਪੋ ਆਪਣੀਆਂ ਰੈਲੀਆਂ ਦੇ ਵਿੱਚ, ਆਪੋ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਆ ਸਾਰੇ ਲੀਡਰ ਵਾਅਦੇ ਵੀ ਕਰਦੇ ਆ, ਇੱਕ ਦੂਜੇ ਦੀ ਆਲੋਚਨਾ ਵੀ ਕਰਦੇ ਆ। ਪਰ ਅਸਲ ਜਿਹੜਾ ਵਾ ਉਹ ਮੁਕਾਬਲਾ ਉਦੋਂ ਮੰਨਿਆ ਜਾਂਦਾ ਜਦੋਂ ਦੋਵੇਂ ਇੱਕ ਦੂਜੇ ਦੇ ਸਾਹਮਣੇ ਲੀਡਰ ਇੱਕ ਦੂਜੇ ਨੂੰ ਸਵਾਲ ਕਰਦੇ ਆ, ਉਹਨਾਂ ਨੂੰ ਆਪਣੇ ਬਾਰੇ ਦੱਸਦੇ ਆ, ਜੋ ਆਪਣਾ ਪਲੇਟਫਾਰਮ ਆ, ਆਪਣੇ ਵਾਅਦੇ ਆ, ਜੋ ਆਪਣੀ ਕਾਰਗੁਜ਼ਾਰੀ ਆ ਉਹਦੇ ਬਾਰੇ ਦੱਸਦੇ ਆ, ਔਰ ਫਿਰ ਦੂਜਿਆਂ ਕੋਲੋਂ ਜਵਾਬ ਵੀ ਲੈਂਦੇ ਆ। ਸੋ ਇਹ ਕੈਨੇਡਾ ਦੇ ਜੇ ਅਸੀਂ ਕਹੀਏ ਤਾਂ ਇੱਕ ਚੋਣ ਸਿਸਟਮ ਦੇ ਵਿੱਚ ਇੱਕ ਅਹਿਮ ਪਲ ਹੁੰਦੇ ਨੇ, ਔਰ ਬਹੁਤ ਸਾਰੇ ਮੁਲਕਾਂ ਦੇ ਜਿਸ ਤਰੀਕੇ ਨਾਲ ਹੁੰਦਾ ਵੀ ਆ, ਬਹੁਤ ਸਾਰੇ ਮੁਲਕਾਂ ਦੇ ਲੋਕ ਇਹ ਚਾਹੁੰਦੇ ਵੀ ਆ ਕਿ ਉਹਨਾਂ ਦੇ ਵੀ ਇਸੇ ਤਰਜ਼ ਉੱਤੇ ਲੀਡਰ ਆਪਸ ਦੇ ਵਿੱਚ ਤੱਥਾਂ ਦੇ ਆਧਾਰ ਤੇ, ਮੁੱਦਿਆਂ ਦੇ ਆਧਾਰ ਤੇ ਡਿਬੇਟ ਕਰਨ। ਸੋ ਤੁਸੀਂ ਗੱਲ ਮੁੱਦਿਆਂ ਦੀ ਕੀਤੀ ਆ। ਮੁੱਦੇ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਅੱਜ ਫ੍ਰੈਂਚ ਭਾਸ਼ਾ ਦੇ ਵਿੱਚ ਜਿਹੜੀ ਉਹ ਡਿਬੇਟ ਹੋਣ ਜਾ ਰਹੀ ਆ। ਕੱਲ ਨੂੰ ਜਿਹੜੀ ਆ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਜਿਹੜੀ ਉਹ ਡਿਬੇਟ ਹੋਵੇਗੀ। ਸੋ ਇਹ ਦੋਨੇ ਦਿਨ ਹੋਣਗੇ, ਇਹ ਆਖਰੀ ਡਿਬੇਟ ਹੋਵੇਗੀ ਇਹਨਾਂ ਲੀਡਰਾਂ ਦੇ ਵਿਚਕਾਰ। ਸੋ ਇਸ ਤੋਂ ਬਾਅਦ ਬਹੁਤ ਕੁਝ ਬਦਲ ਸਕਦਾ ਆ। ਇੱਕ ਡਿਬੇਟ ਪਹਿਲਾਂ ਇਹਨਾਂ ਦੇ ਵਿੱਚ ਹੋ ਚੁੱਕੀ ਹੈ, ਜਿਹੜੀ ਆਹ ਵਾਲੀ ਡਿਬੇਟ ਆ ਇਹ ਅਫੀਸ਼ੀਅਲ ਜਿਹੜੀ ਆ ਉਹ ਡਿਬੇਟ ਜਿਹੜੀ ਹੋਵੇਗੀ, ਜੋ ਸਰਕਾਰੀ ਤੌਰ ਤੇ ਜਿਹੜੀ ਆ ਡਿਬੇਟ ਜਿਹੜਾ ਬੋਰਡ ਹੈ ਉਹਦੇ ਵੱਲੋਂ ਕਰਵਾਈ ਜਾਂਦੀ ਆ। ਪਰ ਜਿਹੜੀ ਪਹਿਲੀ ਡਿਬੇਟ ਹੋਈ ਸੀ ਉਹ ਇੱਕ ਮੀਡੀਆ ਅਦਾਰੇ ਵੱਲੋਂ ਕਰਵਾਈ ਗਈ ਸੀ। ਪਰ ਮੁੱਦੇ ਜਿਹੜੇ ਆ ਉਹ ਲਗਭਗ ਉਹੀ ਰਹਿਣ ਦੀ ਉਮੀਦ ਆ, ਕਿਉਂਕਿ ਕੋਵਿਡ ਦੇ ਦੌਰਾਨ ਇਲੈਕਸ਼ਨ ਕਿਉਂ ਕਰਵਾਏ ਗਏ ਇਸ ਉੱਤੇ ਜਿਹੜੇ ਆ ਸਵਾਲ ਕੀਤੇ ਜਾਣਗੇ। ਫਿਰ ਇਸ ਤੋਂ ਇਲਾਵਾ ਹੈਲਥ ਕੇਅਰ ਦਾ ਮੁੱਦਾ ਹੋਵੇਗਾ, ਹਾਊਸ ਅਫੋਰਡੇਬਿਲਟੀ ਦਾ ਮੁੱਦਾ ਹੋਵੇਗਾ, ਔਰ ਪਿਛਲੇ ਦਿਨਾਂ ਤੋਂ ਜਿਹੜੀ ਇੱਕ ਚਰਚਾ ਚੱਲੀ ਸੀ ਪਿਛਲੀ ਡਿਬੇਟ ਤੋਂ ਕਿ ਜਿਹੜੀ ਗਨ ਜਿਹੜੀ ਆ ਵਾਇਲੈਂਸ ਆ ਜਾਂ ਬੰਦੂਕਾਂ ਉੱਤੇ, ਹਥਿਆਰਾਂ ਉੱਤੇ ਬੈਨ ਦੀ ਗੱਲ ਆ, ਉਸ ਮੁੱਦੇ ਉੱਤੇ ਲਗਾਤਾਰ ਜਿਹੜੇ ਆ ਐਰਨ ਅਟੂਲ ਨੂੰ ਘੇਰਿਆ ਜਾ ਰਿਹਾ। ਇਹ ਮੁੱਦਾ ਲਾਜ਼ਮੀ ਤੌਰ ਤੇ ਉੱਠੇਗਾ। ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਹੋ ਰਹੀ ਆ, ਇਸ ਮੁੱਦੇ ਉੱਤੇ ਵੀ ਐਰਨ ਅਟੂਲ ਨੂੰ ਘੇਰਿਆ ਜਾ ਰਿਹਾ। ਸੋ ਇਹਦੇ ਉੱਤੇ ਵੀ ਲਾਜ਼ਮੀ ਤੌਰ ਤੇ ਗੱਲ ਹੋਵੇਗੀ। ਜਗਮੀਤ ਸਿੰਘ ਹੁਣਾਂ ਵੱਲੋਂ ਪੇਡ ਸਿਕ ਲੀਵ ਦੀ ਗੱਲ ਜਿਹੜੀ ਆ ਕੀਤੀ ਜਾਵੇਗੀ, ਔਰ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਕੀਤੀ ਜਾਵੇਗੀ। ਸੋ ਇਹ ਸਾਰੇ ਮੁੱਦੇ ਆ ਸਭ ਤੋਂ ਅਹਿਮ ਰਹਿਣ ਵਾਲੇ ਆ, ਔਰ ਇਹਨਾਂ ਦਾ ਜਿਹੜਾ ਵਾ ਅਸੀਂ ਜਦੋਂ ਦੇਖਾਂਗੇ ਕਿ ਜਦੋਂ ਇਹ 2 ਦਿਨ ਡਿਬੇਟ ਹੋਊਗੀ, ਖਾਸ ਕਰਕੇ ਜਿਹੜੀ ਅੱਜ ਡਿਬੇਟ ਹੋਣੀ ਆ ਫ੍ਰੈਂਚ ਭਾਸ਼ਾ ਦੇ ਵਿੱਚ ਹੋਣੀ ਆ, ਜਿੱਥੇ ਕੈਨੇਡਾ ਦੇ ਵਿੱਚ ਫ੍ਰੈਂਚ ਭਾਸ਼ਾ ਡੋਮੀਨੇਟ ਕਰਦੀ ਆ, ਖਾਸ ਕਰਕੇ ਕਿਊਬਕ ਦੇ ਵਿੱਚ, ਕਿਉਂਕਿ ਕਿਊਬਕ ਦੀਆਂ ਜਿਹੜੀਆਂ ਉਹ ਸੀਟਾਂ ਵੀ ਉੱਥੇ ਕਾਫੀ ਨੇ, ਔਰ ਅੰਟਾਰੀਓ ਤੇ ਕਿਊਬਕ ਦੋਨਾਂ ਦੀਆਂ ਸੀਟਾਂ ਕਾਫੀ ਨੇ। ਸੋ ਜਿੱਥੋਂ ਜਿਹੜੀ ਪਾਰਟੀ ਉੱਥੋਂ ਲੀਡ ਕਰਦੀ ਉਹ ਅੱਗੇ ਜ਼ਰੂਰ ਜਾਂਦੀ ਆ। ਸੋ ਜਿਹੜੀ ਅੱਜ ਦੀ ਡਿਬੇਟ ਆ ਉਹ ਵੀ ਕਾਫੀ ਮਹੱਤਵਪੂਰਨ ਹੋਵੇਗੀ। ਕੱਲ ਦੀ ਡਿਬੇਟ ਜਿਹੜੀ ਅੰਗਰੇਜ਼ੀ ਭਾਸ਼ਾ 'ਚ ਹੋਵੇਗੀ ਉਹ ਵੀ ਕਾਫੀ ਅਹਿਮ ਹੋਵੇਗੀ, ਤੇ ਇਸ ਤੋਂ ਬਾਅਦ ਸਾਨੂੰ ਕਾਫੀ ਕਲੈਰਿਟੀ ਨਜ਼ਰ ਆਵੇਗੀ ਕਿ ਇਹ ਇਲੈਕਸ਼ਨ ਕਿੱਧਰ ਨੂੰ ਜਾ ਰਿਹਾ। ਜੀ ਬਿਲਕੁਲ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਲਗਰੀ ਤੋਂ ਲਿਬਰਲ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਉਸਦੇ ਵੋਲੰਟੀਅਰ ਜਿਹੜੇ ਨੇ ਉਹਨਾਂ ਦੇ ਨਾਲ ਜੋ ਮਾਮਲਾ ਸਾਹਮਣੇ ਆਇਆ ਉਸ ਦੇ ਉੱਪਰ ਤੁਹਾਡੇ ਤੋਂ ਜਾਣਕਾਰੀ ਹਾਸਿਲ ਕਰਨਾ ਚਾਹਾਂਗੇ ਕਿ ਆਖਿਰਕਾਰ ਇਹਨਾਂ ਦੇ ਨਾਲ ਕੀ ਹੋਇਆ। ਜੀ ਬਿਲਕੁਲ ਜੀ। ਕੈਲਗਰੀ ਸੈਂਟਰ ਤੋਂ ਲਿਬਰਲ ਕੈਂਡੀਡੇਟ ਨੇ ਸਬਰੀਨਾ ਗਰੋਵਰ। ਸੋ ਉਹਨਾਂ ਦੇ ਕੁਝ ਵਲੰਟੀਅਰ ਜਿਹੜੇ ਆ ਉਹਨਾਂ ਨਾਲ ਇਹ ਘਟਨਾ ਵਾਪਰੀ ਆ ਕਿ ਉਹਨਾਂ ਨੂੰ ਕੁੱਟਣ ਅਤੇ ਉਹਨਾਂ ਨਾਲ ਬਦਸਲੂਕੀ ਕਰਨ ਦੀ ਜਿਹੜੀ ਘਟਨਾ ਵਾਪਰੀ ਆ। ਸੋ ਇਹਦੇ ਸੰਬੰਧੀ ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਇਹ ਆਈ ਆ ਕਿ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਜਿਹੜੇ ਸੀ ਉਹ ਕੰਪੇਨ ਕਰ ਰਹੇ ਸੀਗੇ, ਤੇ ਉਸ ਦੌਰਾਨ ਉੱਥੇ ਇੱਕ ਅਜਿਹਾ ਵਿਅਕਤੀ ਉਹਨਾਂ ਨੂੰ ਮਿਲ ਗਿਆ ਜੋ ਕਿ ਹਾਲਾਂਕਿ ਇਹ ਕੰਪੇਨ ਜਿਹੜੀ ਲਗਭਗ ਖਤਮ ਕਰਕੇ ਵਾਪਸ ਆ ਰਹੇ ਸੀ, ਪਰ ਇਹਨਾਂ ਦੇ ਹੱਥ ਵਿੱਚ ਹੱਲੇ ਵੀ ਜਿਹੜੇ ਫਲਾਇਰਸ ਹੁੰਦੇ ਆ ਜਾਂ ਬੋਰਡ ਹੁੰਦੇ ਆ ਉਹ ਫੜੇ ਹੋਏ ਸੀ ਲਿਬਰਲ ਪਾਰਟੀ ਦੇ। ਸੋ ਇਸ ਕਰਕੇ ਉਸ ਵਿਅਕਤੀ ਨੂੰ ਕਾਫੀ ਖਿੱਚ ਸੀ ਲਿਬਰਲ ਪਾਰਟੀ ਉੱਤੇ, ਤੇ ਉਹਨੇ ਉਹਨਾਂ ਨਾਲ ਬਦਸਲੂਕੀ ਕੀਤੀ, ਉੱਚੀ ਬੋਲਿਆ ਉਹਨਾਂ ਨੂੰ ਜਿਹੜੀ ਆ ਉਹ ਮਾਰਨ ਦੀ ਕਾਸੀ ਚੀਜ਼ ਨਾਲ ਹਿੱਟ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਤੇ ਥੁੱਕਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ। ਸੋ ਇਸ ਘਟਨਾ ਦੀ ਕਾਫੀ ਜਿਹੜੀ ਉਹ ਨਿਖੇਧੀ ਹੋ ਰਹੀ ਆ,
ਔਰ ਐਂ ਲੱਗ ਰਿਹਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੁਣ ਇਲੈਕਸ਼ਨ ਦੇ ਵਿੱਚ ਜਿਹੜੀਆਂ ਉਹ ਵਾਪਰਨੀਆਂ ਸ਼ੁਰੂ ਹੋ ਗਈਆਂ ਨੇ। ਜੋ ਇੱਕ ਹੇਟ, ਇੱਕ ਨਫ਼ਰਤ ਜਿਹੜੀ ਆ ਥੋੜੀ ਜਿਹੀ ਫੈਲਣੀ ਸ਼ੁਰੂ ਹੋ ਗਈ, ਉਹਨੇ ਆਪਣੇ ਪੈਰ ਪਸਾਰਨੇ ਜਿਹੜੇ ਸ਼ੁਰੂ ਕਰ ਦਿੱਤੇ ਆ। ਕਿਉਂਕਿ ਅਸੀਂ ਪਿਛਲੇ ਦਿਨ ਹੀ ਦੇਖਿਆ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਉੱਤੇ ਜਿਹੜਾ ਸੀ ਉਹ ਵੀ ਵੱਟੀਆਂ ਜਿਹੜੀਆਂ ਸੀ ਉਹ ਸੁੱਟੀਆਂ ਗਈਆਂ ਸੀ, ਉਹਨਾਂ ਦੇ ਕੁਝ ਲੱਗੀਆਂ ਵੀ, ਉਹਨਾਂ ਦੇ ਇੱਕ ਸੁਰੱਖਿਆ ਕਰਮੀ ਨੂੰ ਵੀ ਲੱਗੀਆਂ। ਉਸ ਤੋਂ ਬਾਅਦ ਵੀ ਨਿਖੇਧੀ ਕੀਤੀ ਗਈ ਔਰ ਅੱਜ ਇਹ ਜਿਹੜਾ ਮਾਮਲਾ ਹੁਣ ਇਹ ਸਾਹਮਣੇ ਆਇਆ ਕੈਲਗਰੀ ਸੈਂਟਰ ਤੋਂ। ਔਰ ਹਾਲਾਂਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਇਹ ਕਿਹਾ ਕਿ ਬੇਸ਼ੱਕ ਇਹ ਘਟਨਾ ਬਹੁਤ ਮਾੜੀ ਹੈ, ਬੜੀ ਨਿੰਦਣਯੋਗ ਹੈ, ਪਰ ਉਹ ਕਹਿੰਦੇ ਕਿ ਅਸੀਂ ਆਪਣੀ ਕੰਪੇਨ ਜਿਹੜੀ ਆ ਉਹ ਨਹੀਂ ਰੋਕਾਂਗੇ ਤੇ ਸਾਡੀ ਕੰਪੇਨ ਇਸੇ ਤਰੀਕੇ ਨਾਲ ਚੱਲਦੀ ਰਹੇਗੀ। ਸੋ ਇਸ ਖਬਰ ਦੀ ਕਾਫੀ ਚਰਚਾ ਜਿਹੜੀ ਉਹ ਕੈਨੇਡਾ ਭਰ ਦੇ ਵਿੱਚ ਹੋ ਰਹੀ ਹੈ। ਜੀ, ਤੁਸੀਂ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਿ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਨੂੰ ਕਈ ਵਾਰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਸੋ ਇਸ ਦੇ ਨਾਲ ਸੰਬੰਧਿਤ ਇੱਕ ਪੋਲ ਵੀ ਸਾਹਮਣੇ ਆਇਆ, ਕੀ ਲੱਗਦਾ ਹੈ ਕਿੰਨਾ ਕੁ ਅਸਰ ਇਸ ਦਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ? ਜੀ ਬਿਲਕੁਲ, ਕਿਉਂਕਿ ਜਦੋਂ ਦੀ ਕੰਪੇਨ ਸ਼ੁਰੂ ਹੋਈ ਆ, ਈਵਨ ਜਦੋਂ ਕੰਪੇਨ ਹੱਲੇ ਸ਼ੁਰੂ ਵੀ ਨਹੀਂ ਹੋਈ ਸੀ, ਉਸ ਤੋਂ ਪਹਿਲਾਂ ਜਦੋਂ ਜਸਟਿਨ ਟਰੂਡੋ ਕੈਨੇਡਾ ਦੇ ਦੌਰੇ ਤੇ ਨਿਕਲੇ ਸੀ, ਉਦੋਂ ਵੀ ਜਿਹੜੇ ਐਂਟੀ ਵੈਕਸੀਨ ਦੇ ਜਿਹੜੇ ਲੋਕ ਨੇ, ਜੋ ਵੈਕਸੀਨ ਦਾ ਵਿਰੋਧ ਕਰਦੇ ਨੇ, ਉਹ ਜਿਹੜੇ ਸੀ ਜਸਟਿਨ ਟਰੂਡੋ ਨੂੰ ਥਾਂ-ਥਾਂ ਜਾ ਕੇ ਘੇਰਦੇ ਸੀਗੇ। ਔਰ ਲੰਡਨ ਦੇ ਵਿੱਚ, ਅੰਟਾਰੀਓ ਦਾ ਸ਼ਹਿਰ ਲੰਡਨ ਆ, ਉਹਦੇ ਵਿੱਚ ਤਾਂ ਉਦੋਂ ਹੱਦ ਉੱਪਰ ਹੋ ਗਈ ਗੱਲ ਜਦੋਂ ਇੱਕ ਵੱਟੀਆਂ ਉਹਨਾਂ ਦੇ ਮਾਰੀਆਂ ਗਈਆਂ। ਪਰ ਜਦੋਂ ਵੀ ਇਹ ਲੋਕ ਜਿੱਥੇ ਵੀ ਜਸਟਿਨ ਟਰੂਡੋ ਜਾਂਦੇ ਆ, ਉੱਥੇ ਬੜੀ ਉੱਚੀ ਉੱਚੀ ਨਾਅਰੇ ਲਾਉਂਦੇ ਨੇ, ਉੱਥੇ ਬੜੀ ਭੱਦੀ ਸ਼ਬਦਾਵਲੀ ਜਿਹੜੀ ਆ ਵਰਤਦੇ ਨੇ ਔਰ ਡਿਸਟਰਬ ਜਿਹੜੇ ਇੱਕ ਤਰੀਕੇ ਨਾਲ ਉਸ ਈਵੈਂਟ ਨੂੰ ਜਿਹੜਾ ਪੂਰੇ ਤਰੀਕੇ ਨਾਲ ਕਰ ਦਿੰਦੇ ਨੇ। ਸੋ ਇਸ ਸੰਬੰਧੀ ਹੁਣ ਇੱਕ ਪੋਲ ਸਾਹਮਣੇ ਆਇਆ ਤੇ ਨੈਨੋਸ ਵੱਲੋਂ ਇਹ ਪੋਲ ਕੀਤਾ ਗਿਆ। ਹਾਲਾਂਕਿ ਇਸ ਪੋਲ ਦੇ ਵਿੱਚ ਕਿਹਾ ਗਿਆ ਕਿ ਲੋਕ ਜਿਹੜੇ ਆ ਬਹੁਤ ਘੱਟ ਨੇ, ਇਹਨਾਂ ਦੀ ਗਿਣਤੀ ਬਹੁਤ ਘੱਟ ਆ ਜੋ ਇਸ ਤਰੀਕੇ ਨਾਲ ਵਿਰੋਧ ਕਰਦੇ ਨੇ, ਪਰ ਇੰਨਾ ਜ਼ਰੂਰ ਹੈ ਕਹਿੰਦੇ ਕਿ ਉਹ ਆਪਣੀ ਗਿਣਤੀ ਨਾਲੋਂ ਵੱਧ ਜਿਹੜਾ ਪ੍ਰਭਾਵਿਤ ਕਰ ਰਹੇ ਨੇ ਜਸਟਿਨ ਟਰੂਡੋ ਨੂੰ। ਕਿਉਂਕਿ ਇਸ ਦੌਰਾਨ ਜਿਹੜਾ ਵਾ ਉਹ ਈਵੈਂਟ ਜਿਹੜਾ ਐਲਾਨ ਕਰਨਾ ਹੁੰਦਾ ਉਹ ਪੂਰੇ ਤਰੀਕੇ ਨਾਲ ਡਿਸਟਰਬ ਹੋ ਜਾਂਦਾ ਆ, ਇੱਕ ਡਿਸਟਰੈਕਸ਼ਨ ਜਿਹੜੀ ਉਹ ਪੈਦਾ ਹੋ ਜਾਂਦੀ ਆ। ਔਰ ਜਸਟਿਨ ਟਰੂਡੋ ਨੂੰ ਸਭ ਤੋਂ ਵੱਡਾ ਨੁਕਸਾਨ ਇਹਦਾ ਇਹ ਹੋ ਰਿਹਾ ਕਿ ਜਿਹੜਾ ਉਹ ਮੈਸੇਜ ਕਲੀਅਰ ਦੇਣਾ ਚਾਹੁੰਦੇ ਨੇ, ਜੋ ਮੈਸੇਜ ਲੋਕਾਂ ਨੂੰ ਜੋ ਸੁਨੇਹਾ ਦੇਣਾ ਚਾਹੁੰਦੇ ਨੇ, ਜੋ ਐਲਾਨ ਕਰਦੇ ਨੇ, ਉਹ ਕਈ ਵਾਰ ਜਿਹੜਾ ਵਾ ਉਹ ਪੂਰਾ ਕਲੀਅਰ ਨਹੀਂ ਹੁੰਦਾ। ਕਿਉਂਕਿ ਉੱਥੇ ਮਾਹੌਲ ਇਸ ਤਰੀਕੇ ਦਾ ਬਣ ਜਾਂਦਾ ਹੈ ਕਿ ਲੋਕਾਂ ਦਾ ਧਿਆਨ ਵੀ ਉਸ ਤਰੀਕੇ ਵੱਲ ਚਲ ਜਾਂਦਾ, ਮੀਡੀਆ ਦਾ ਧਿਆਨ ਵੀ ਉਧਰਲੇ ਪਾਸੇ ਚਲ ਜਾਂਦਾ ਤੇ ਜਸਟਿਨ ਟਰੂਡੋ ਵੀ ਖੁਦ ਜਿਹੜੇ ਆ ਜ਼ਰੂਰ ਦਬਾਅ 'ਚ ਆਉਂਦੇ ਹੋਣਗੇ ਜਦੋਂ ਉਹਨਾਂ ਦੇ ਸਾਹਮਣੇ ਇਸ ਤਰੀਕੇ ਦੇ ਲੋਕ ਉਹਨਾਂ ਨੂੰ ਪ੍ਰਦਰਸ਼ਨ ਕਰਦੇ ਨੇ, ਭੱਦੀ ਸ਼ਬਦਾਵਲੀ ਵਰਤਦੇ ਨੇ ਤੇ ਹੋਰ ਕਈ ਤਰੀਕਿਆਂ ਦੇ ਇਸ਼ਾਰੇ ਕਰਦੇ ਨੇ। ਸੋ ਇਹ ਪੋਲ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਸਟਿਨ ਟਰੂਡੋ ਆ ਇਹਨਾਂ ਕਰਕੇ ਆਪਣਾ ਸੁਨੇਹਾ, ਆਪਣਾ ਮੈਸੇਜ ਜਿਹੜਾ ਕਲੀਅਰ ਨਹੀਂ ਕਰ ਪਾ ਰਹੇ, ਜਿਸ ਕਰਕੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਹੈ। ਜੀ ਬਿਲਕੁਲ, ਪਰ ਇਹਨਾਂ ਚੋਣਾਂ ਦੇ ਨਾਲ ਸੰਬੰਧਿਤ ਇੱਕ ਹੋਰ ਵੀ ਪੋਲ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ ਕਾਫੀ ਦੇਰ ਬਾਅਦ ਅਜਿਹਾ ਹੋਇਆ ਕਿ ਲਿਬਰਲ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ ਉਸ ਦੇ ਵਿੱਚ ਵਾਧਾ ਦੇਖਿਆ ਜਾਵੇ। ਹਾਲਾਂਕਿ ਜਿਹੜੇ ਪੋਲ ਸਾਹਮਣੇ ਆ ਰਹੇ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੱਧ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਵੱਖ-ਵੱਖ ਤਰ੍ਹਾਂ ਦੇ ਪੋਲ ਸਾਹਮਣੇ ਆ ਰਹੇ ਨੇ, ਪਰ ਇਹਨਾਂ ਪੋਲ ਦੇ ਸੰਬੰਧੀ ਜਿਹੜੀ ਸਾਰੀ ਜਾਣਕਾਰੀ ਅਸੀਂ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਮੌਜੂਦਾ ਸਥਿਤੀ ਇਹਨਾਂ ਵੱਖ-ਵੱਖ ਪਾਰਟੀਆਂ ਦੀ ਬਣੀ ਹੋਈ ਹੈ। ਜੀ ਬਿਲਕੁਲ, ਔਰ ਅਸੀਂ ਸ਼ੁਰੂ ਤੋਂ ਆਪਣੇ ਪ੍ਰੋਗਰਾਮ 'ਚ ਦੱਸਦੇ ਆਏ ਕਿ ਵੱਖ-ਵੱਖ ਏਜੰਸੀਆਂ ਵੱਲੋਂ ਜਿਹੜਾ ਹਰ ਰੋਜ਼ ਜਿਹੜੇ ਉਹ ਪੋਲ ਜਿਹੜੇ ਉਹ ਕੀਤੇ ਜਾਂਦੇ ਆ। ਸੋ ਉਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਥੋੜਾ ਬਹੁਤਾ ਫਰਕ ਜਿਹੜਾ ਉੱਪਰ ਥੱਲੇ ਦਾ ਹੁੰਦਾ ਆ, ਪਰ ਮੋਟੇ ਤੌਰ ਤੇ ਇਹੀ ਆ ਕਿ ਸਭ ਸਰਵਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜਿਹੜੀ ਉਹ ਲੀਡ ਕਰਦੀ ਜਿਹੜੀ ਉਹ ਦਿਖਾਈ ਦੇ ਰਹੀ ਆ। ਹਾਲੇ ਵੀ ਜਿਹੜੀ ਲੀਡ ਅਸੀਂ ਕਹਿ ਸਕਦੇ ਹਾਂ ਕਿ ਕੰਜ਼ਰਵੇਟਿਵ ਪਾਰਟੀ ਕਰਦੀ ਆ, ਪਰ ਪਿਛਲੇ ਕੁਝ ਦਿਨਾਂ ਤੋਂ ਮਾਹੌਲ ਥੋੜਾ ਜਿਹਾ ਬਦਲਦਾ ਨਜ਼ਰ ਆ ਰਿਹਾ। ਜਿਸ ਤਰੀਕੇ ਨਾਲ ਲਿਬਰਲ ਪਾਰਟੀ ਜਿਹੜੀ ਲਗਾਤਾਰ ਉਹਦੀ ਸਪੋਰਟ ਜਿਹੜੀ ਆ ਉਹ ਖੁੱਸਦੀ ਜਾ ਰਹੀ ਸੀ, ਆਖਰਕਾਰ ਉੱਤੇ ਬ੍ਰੇਕ ਲੱਗੀ ਆ ਤੇ ਦੁਬਾਰਾ ਥੋੜਾ ਗੇਨ ਵੀ ਕਰਨਾ ਸ਼ੁਰੂ ਕੀਤਾ ਆ। ਔਰ ਜੇਕਰ ਅਸੀਂ ਵੱਖ-ਵੱਖ ਸਰਵੇਆਂ ਦੀ ਗੱਲ ਕਰੀਏ ਤਾਂ ਇੱਕ ਸਰਵੇ ਜਿਹੜਾ ਵਾ 3 ਸਤੰਬਰ ਤੋਂ ਲੈ ਕੇ 6 ਸਤੰਬਰ ਤੱਕ ਕੀਤਾ ਗਿਆ, ਲਗਭਗ 3000 ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਔਰ ਉਹਦੇ ਮੁਤਾਬਕ ਜੇਕਰ ਅਸੀਂ ਗੱਲ ਕਰੀਏ ਤਾਂ 33% ਜਿਹੜਾ ਸਮਰਥਨ ਆ ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਮਿਲਦਾ ਨਜ਼ਰ ਆ ਰਿਹਾ ਤੇ 33% ਉੱਤੇ ਹੀ ਉਸ ਸਰਵੇ ਦੇ ਵਿੱਚ ਜਿਹੜਾ ਵਾ ਉਹ ਜਸਟਿਨ ਟਰੂਡੋ ਖੜੇ ਨੇ ਤੇ 21% ਸਮਰਥਨ ਜਿਹੜਾ ਐਨਡੀਪੀ ਨੂੰ ਮਿਲਦਾ ਨਜ਼ਰ ਆ ਰਿਹਾ। ਸੋ ਉਸ ਆਰਟੀਕਲ ਦੇ ਵਿੱਚ, ਉਸ ਸਰਵੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਲਿਬਰਲ ਪਾਰਟੀ ਲਈ ਚੰਗੀ ਖਬਰ ਆ। ਬੜੇ ਦਿਨਾਂ ਬਾਅਦ ਜਿਹੜੇ ਉਹ ਵਾਪਸ ਆਪਣੇ ਰੰਗ 'ਚ ਨਜ਼ਰ ਆ ਰਹੇ ਨੇ ਤੇ ਉਹ ਗੇਨ ਕਰ ਰਹੇ ਨੇ। ਜੇਕਰ ਅਸੀਂ ਜੋ ਇੱਕ ਵੱਖ-ਵੱਖ ਏਜੰਸੀਆਂ ਦਾ ਇੱਕ ਨਿਚੋੜ ਕੱਢ ਕੇ ਜੋ ਇੱਕ ਏਜੰਸੀ ਸਰਵੇ ਤਿਆਰ ਕਰਦੀ ਹੈ 338canada.com, ਉਹਦੇ ਅਸੀਂ ਤਹਿਤ ਗੱਲ ਕਰੀਏ ਤਾਂ ਹਾਲੇ ਵੀ ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਉਹ ਲੀਡ ਬਣਾ ਕੇ ਚੱਲ ਰਹੀ ਆ। ਜਿੱਥੇ ਪਹਿਲਾਂ ਸ਼ੁਰੂਆਤ ਦੇ ਵਿੱਚ ਲਿਬਰਲ ਪਾਰਟੀ ਸੀ, ਉੱਥੇ ਇਸ ਵਕਤ ਕੰਜ਼ਰਵੇਟਿਵ ਪਾਰਟੀ ਆ। ਸੋ 145 ਸੀਟਾਂ ਜੇਕਰ ਅੱਜ ਚੋਣਾਂ ਹੁੰਦੀਆਂ ਨੇ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ 135 ਸੀਟਾਂ ਜਿਹੜੀਆਂ ਲਿਬਰਲ ਨੂੰ ਤੇ 34 ਸੀਟਾਂ ਜੇ ਉਹ ਐਨਡੀਪੀ ਨੂੰ ਦੇ ਰਹੇ ਨੇ।
ਇਹਦੇ ਨਾਲ ਜੇਕਰ ਅਸੀਂ CBC ਪੋਲ ਟਰੈਕਰ ਦੀ ਗੱਲ ਕਰੀਏ, ਜਿਨ੍ਹਾਂ ਦੇ ਸਰਵੇ ਵੀ ਕਾਫੀ ਠੀਕ ਮੰਨੇ ਜਾਂਦਾ ਆ, ਉਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ 140 ਸੀਟਾਂ ਉੱਤੇ ਲਿਬਰਲ ਪਾਰਟੀ ਅਤੇ 133 ਸੀਟਾਂ ਉੱਤੇ ਕੰਜ਼ਰਵੇਟਿਵ ਪਾਰਟੀ ਦਿਖਾਈ ਦੇ ਰਹੀ ਆ ਤੇ 38 ਸੀਟਾਂ ਇਹਦੇ ਵਿੱਚ NDP ਨੂੰ ਦਿੱਤੀਆਂ ਜਾ ਰਹੀਆਂ ਨੇ। ਸੋ ਅਸੀਂ ਇੱਕ ਵਾਰੀ ਫੇਰ ਕਹਿੰਦੇ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਇਹ ਸਰਵੇ ਆ, ਇਹ ਅੱਗੇ ਪਿੱਛੇ ਜਿਹੜੇ ਇਹਨਾਂ ਨੂੰ ਨਤੀਜੇ ਜਿਹੜੇ ਉਹ ਜ਼ਰੂਰ ਹੁੰਦੇ ਆ। ਸੋ ਅਸਲੀ ਨਤੀਜਾ ਤੁਹਾਨੂੰ 20 ਸਤੰਬਰ ਨੂੰ ਪਤਾ ਲੱਗੇਗਾ। ਔਰ ਇਹਦੇ ਨਾਲ ਇਹ ਵੀ ਅਸੀਂ ਕਹਿ ਸਕਦੇ ਆ ਕਿ ਇਹ ਜਿਹੜੀ ਡਿਬੇਟ ਹੋਣੀ ਆ 2 ਦਿਨ, ਇਹ ਡਿਬੇਟ ਜਿਹੜੀ ਆ ਇਸ ਤੋਂ 2-3 ਦਿਨ ਬਾਅਦ ਜਿਹੜਾ ਅਸਲ ਦੇ ਵਿੱਚ ਸਰਵੇ ਆਵੇਗਾ ਉਹ ਕਾਫੀ ਮਹੱਤਵਪੂਰਨ ਹੋਵੇਗਾ। ਉਹਦੇ ਵਿੱਚ ਤਸਵੀਰ ਇੱਕ ਤਾਂ ਇਲੈਕਸ਼ਨ ਦੇ ਬਹੁਤ ਨੇੜੇ ਅਸੀਂ ਪਹੁੰਚ ਜਾਵਾਂਗੇ। ਹੁਣ ਵੀ 8 ਸਤੰਬਰ ਅੱਜ ਹੋ ਚੁੱਕੀ, ਅਸੀਂ ਕਹਿ ਸਕਦੇ ਹਾਂ ਕਿ 2 ਹਫ਼ਤਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ। ਸੋ ਜਿਹੜਾ ਫਿਰ ਅਖੀਰਲੇ ਹਫ਼ਤੇ ਦੇ ਵਿੱਚ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਜਾਂਦੀ ਆ, ਪਰ ਪੂਰਾ ਨਤੀਜਾ ਜਿਹੜਾ ਉਹ 20 ਸਤੰਬਰ ਨੂੰ ਜਿਹੜਾ ਉਹ ਮਿਲੇਗਾ। ਇਹਦੇ ਨਾਲ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਮੈਂ ਇੰਦਰਪ੍ਰੀਤ ਕਿ 2 ਮੁੱਦੇ ਆ ਜਿਨ੍ਹਾਂ ਉੱਤੇ ਇਸ ਵਕਤ ਐਰਨ ਅਟੋਲ ਥੋੜੇ ਘਿਰਦੇ ਨਜ਼ਰ ਆ ਰਹੇ, ਜਿਸ ਤੋਂ ਬਾਅਦ ਇਹ ਲਿਬਰਲ ਪਾਰਟੀ ਗੇਨ ਕੀਤੀ ਆ। ਇਹਦੇ ਵਿੱਚ ਇੱਕ ਤਾਂ ਹੈਗਾ ਪ੍ਰੂਫ ਆਫ ਵੈਕਸੀਨੇਸ਼ਨ ਦਾ ਤੇ ਦੂਜਾ ਹੈਗਾ ਗਨ ਵਾਇਲੈਂਸ ਦਾ। ਸੋ ਇਸ ਮੁੱਦੇ ਨੂੰ ਲਗਾਤਾਰ ਲਿਬਰਲ ਪਾਰਟੀ ਉਠਾ ਰਹੇ ਆ, ਕਿਉਂਕਿ ਕੁਝ ਘਟਨਾਵਾਂ ਕੈਨੇਡਾ 'ਚ ਵੀ ਵਾਪਰੀਆਂ ਸੀ ਸ਼ੂਟਿੰਗ ਦੀਆਂ, ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਸੀ। ਔਰ ਉਹਦੇ ਨਾਲ ਜਿਹੜੀਆਂ ਬੰਦੂਕਾਂ ਵਰਤੀਆਂ ਗਈਆਂ ਸੀ, ਮਿਲਟਰੀ ਸਟਾਈਲ ਰਾਈਫਲਸ ਜਿਹੜੀਆਂ ਉਹ ਵਰਤੀਆਂ ਗਈਆਂ ਸੀ, ਉਹਨਾਂ ਉੱਤੇ ਬੈਨ ਲਾ ਦਿੱਤਾ ਗਿਆ ਸੀ। ਜਦਕਿ ਆਪਣੇ ਪਲੇਟਫਾਰਮ ਦੇ ਵਿੱਚ ਇਹ ਕਹਿ ਬੈਠੀ ਹੈ ਕੰਜ਼ਰਵੇਟਿਵ ਪਾਰਟੀ ਕਿ ਅਸੀਂ ਇਸ ਜਿਹੜੇ ਬਿੱਲ ਨੂੰ ਉਹ ਵਾਪਸ ਕਰਾਂਗੇ, ਇਹਨੂੰ ਰਿਪੀਲ ਕਰਾਂਗੇ। ਸੋ ਉਸ ਮੁੱਦੇ ਉੱਤੇ ਵੀ ਅਸਰ ਜਿਹੜਾ ਉਹ ਪੈਂਦਾ ਦਿਖਾਈ ਦੇ ਰਿਹਾ ਹੈ। ਜੀ ਬਿਲਕੁਲ, ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਤੋਂ ਹਟ ਕੇ ਗੱਲ ਕਰਦੇ ਹਾਂ। ਸੋ ਮਨਦੀਪ ਜੀ, ਜਿਸ ਤਰ੍ਹਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪ੍ਰੂਫ ਆਫ ਵੈਕਸੀਨੇਸ਼ਨ ਜ਼ਰੂਰੀ ਹੋਵੇਗਾ। ਸਰਕਾਰ ਨੇ ਡੀਟੇਲ ਸਾਰੀ ਸਾਂਝੀ ਕਰ ਦਿੱਤੀ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੇ ਪੱਖ ਵਿੱਚ ਨਜ਼ਰ ਆ ਰਹੇ ਨੇ, ਪਰ ਕਈ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ। ਇੱਕ ਹੋਰ ਚੀਜ਼ ਮੈਂ ਇੱਥੇ ਦੱਸਣਾ ਚਾਹੂੰਗੀ ਕਿ ਜਦੋਂ ਐਪ ਜਿਹੜੀ ਹੈ, ਵੈਬਸਾਈਟ ਜਿਹੜੀ ਹੈ ਉਹ ਜਾਰੀ ਕੀਤੀ ਗਈ, ਉਸਦੇ 24 ਘੰਟੇ ਦੌਰਾਨ ਹੀ 6 ਲੱਖ ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਵਾਸੀ ਅਜਿਹੇ ਸਨ ਜਿਨ੍ਹਾਂ ਨੇ ਇੱਥੇ ਐਕਸੈਸ ਕੀਤਾ, ਜਾਣੀ ਕਿ ਰਜਿਸਟਰਡ ਕਰਵਾਇਆ। ਸੋ ਇੱਕ ਚੰਗੀ ਚੀਜ਼ ਵੀ ਸਾਹਮਣੇ ਆ ਰਹੀ ਹੈ, ਪਰ ਵਿਰੋਧ ਵੀ ਹੋ ਰਿਹਾ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਹੈ ਔਰ ਇੱਕ ਅੰਕੜਾ ਸਾਂਝਾ ਕੀਤਾ ਦਰਸ਼ਕਾਂ ਦੇ ਨਾਲ ਕਿ 6 ਲੱਖ ਲੋਕਾਂ ਨੇ 24 ਘੰਟਿਆਂ ਦੇ ਅੰਦਰ ਜਿਹੜਾ ਵਾ ਇਸ ਨੂੰ ਜਿਹੜਾ ਵਾ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਵੱਡੀ ਗਿਣਤੀ ਤੇ ਜਿਹੜਾ ਵਾ ਉਹ ਜਿਹੜੇ ਲੋਕ ਵੈਕਸੀਨ ਲਗਵਾ ਚੁੱਕੇ ਨੇ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਤਾਂ ਹੁਣ ਕੋਈ ਇਤਰਾਜ਼ ਰਿਹਾ ਹੀ ਨਹੀਂ, ਕਿਉਂਕਿ ਵੈਕਸੀਨ ਪਾਸਪੋਰਟ ਨਾਲ ਤਾਂ ਘੱਟੋ ਘੱਟ ਉਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂ ਹੋਣਾ, ਕਿਉਂਕਿ ਵੈਕਸੀਨ ਉਹ ਆਲਰੇਡੀ ਲਗਵਾ ਚੁੱਕੇ ਨੇ। ਔਰ ਵੱਡੀ ਪੱਧਰ ਤੇ ਵੈਕਸੀਨ ਜਿਹੜੀ ਆ ਲੋਕਾਂ ਨੇ ਆਪਣੇ ਆਪ ਉਤਸ਼ਾਹਿਤ ਹੋ ਕੇ ਜਿਹੜੀ ਉਹ ਲਗਵਾਈ ਆ। ਸੋ ਇਸ ਕਰਕੇ ਜਿਹੜੀ ਤੁਸੀਂ ਵਿਰੋਧ ਦੀ ਗੱਲ ਕੀਤੀ ਆ, ਉਹ ਬਹੁਤ ਥੋੜੇ ਲੋਕ ਨੇ। ਅੱਜ ਵੀ ਜੇਕਰ ਅਸੀਂ ਕਹੀਏ ਤਾਂ ਵੈਨਕੂਵਰ ਸਿਟੀ ਹਾਲ ਦੇ ਬਾਹਰ ਇੱਕ ਰੋਸ ਪ੍ਰਦਰਸ਼ਨ ਹੋਇਆ, ਕਿਉਂਕਿ ਕੱਲ ਪ੍ਰੂਫ ਆਫ ਵੈਕਸੀਨੇਸ਼ਨ ਦਾ ਜਿਹੜਾ ਸੀ ਉਹ ਐਲਾਨ ਹੋਇਆ ਸੀਗਾ। ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਲੋਕ ਨਿਕਲੇ ਨੇ, ਉਹਨਾਂ ਨੇ ਵੈਨਕੂਵਰ ਸਿਟੀ ਹਾਲ ਦੇ ਬਾਹਰ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ, ਪਰ ਉਹਨਾਂ ਦੀ ਗਿਣਤੀ ਘੱਟ ਸੀ। ਔਰ ਇਹ ਮੰਨਿਆ ਜਾ ਰਿਹਾ ਕਿ ਉਹੀ ਲੋਕ ਸੀ ਜਿਹੜੇ ਜਸਟਿਨ ਟਰੂਡੋ ਦਾ ਵੀ ਵਿਰੋਧ ਕਰ ਰਹੇ ਨੇ। ਅੱਜ ਵੀ ਲਗਭਗ ਅਸੀਂ ਉਹੀ ਸਾਈਨ ਬੋਰਡ ਜਿਹੜੇ ਉਹਨਾਂ ਦੇ ਹੱਥਾਂ ਵਿੱਚ ਦੇਖੇ। ਜਦੋਂ ਇੱਥੇ ਸਰੀ 'ਚ ਰੈਲੀ ਸੀ ਜਸਟਿਨ ਟਰੂਡੋ ਦੀ, ਤਾਂ ਅਸੀਂ ਉੱਥੇ ਉਹ ਰੈਲੀ ਕਵਰ ਕੀਤੀ ਸੀ। ਉਸੇ ਤਰ੍ਹਾਂ ਦੇ ਤਕਰੀਬਨ ਸਾਈਨ ਬੋਰਡ ਜਿਹੜੇ ਸੀ ਉਹਨਾਂ ਦੇ ਹੱਥ 'ਚ ਫੜੇ ਹੋਏ ਸੀ, ਜਿਸ 'ਚ ਜਸਟਿਨ ਟਰੂਡੋ ਨੂੰ ਗਦਾਰ ਵੀ ਕਿਹਾ ਗਿਆ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ ਉੱਤੇ ਲਿਖੀਆਂ ਗਈਆਂ ਸੀ। ਸੋ ਉਹੀ ਲੋਕ ਨੇ। ਪਰ ਜੇਕਰ ਅਸੀਂ ਕਹੀਏ ਤਾਂ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ। ਵੱਖ-ਵੱਖ ਪੋਲ ਕੀਤੇ ਜਾ ਰਹੇ ਨੇ। ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਜੇਕਰ ਅਸੀਂ ਦੇਖੀਏ ਤਾਂ 15% ਤੋਂ ਵੱਧ ਲੋਕ ਜਿਹੜੇ ਆ ਇਸ ਹੱਕ 'ਚ ਆਏ ਨੇ ਕਿ ਪ੍ਰੂਫ ਆਫ ਵੈਕਸੀਨੇਸ਼ਨ, ਵੈਕਸੀਨ ਪਾਸਪੋਰਟ ਲਾਗੂ ਹੋਣਾ ਚਾਹੀਦਾ, ਕਿਉਂਕਿ ਇਹ ਗੱਲ ਲੋਕਾਂ ਨੂੰ ਸਮਝਾਈ ਜਾ ਰਹੀ ਆ ਕਿ ਜਿੱਥੇ ਵੱਧ ਵੈਕਸੀਨੇਟਡ ਲੋਕ ਹੋਣਗੇ ਉੱਥੇ ਘੱਟ ਜਿਹੜੇ ਆ ਉਹ ਕਰੋਨਾ ਵਾਇਰਸ ਦਾ ਖਤਰਾ ਹੋਵੇਗਾ। ਫਿਰ ਨਾ ਕੋਈ ਲੋਕਡਾਊਨ ਦਾ ਖਤਰਾ ਹੋਵੇਗਾ, ਨਾ ਕਿਸੇ ਦੀ ਨੌਕਰੀ ਜਾਣ ਦਾ ਖਤਰਾ ਰਹੇਗਾ, ਨਾ ਕਿਸੇ ਦਾ ਕਾਰੋਬਾਰ ਘਟਣ ਦਾ ਖਤਰਾ ਰਹੇਗਾ, ਕਿਉਂਕਿ ਉਹ ਵੈਕਸੀਨੇਟਡ ਲੋਕਾਂ ਨਾਲ ਚੱਲਦੇ ਰਹਿਣਗੇ। ਸੋ ਹੁਣ ਜਿਹੜੇ ਲੋਕ ਵੈਕਸੀਨ ਨਹੀਂ ਲਗਵਾ ਰਹੇ, ਜੋ ਇਹਨਾਂ ਦੀ ਸੋਚ ਜਾਂ ਕਿਸੇ ਹੋਰ ਥਿਊਰੀ ਉੱਤੇ ਉਹ ਬਲੀਵ ਕਰ ਰਹੇ ਨੇ, ਉਹਨਾਂ ਦੇ ਮਨ 'ਚ ਇਹੀ ਹੈ ਕਿ ਇੱਕ ਤਰੀਕੇ ਨਾਲ ਉਹਨਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲਾਂ ਪੈਦਾ ਹੋ ਜਾਣਗੀਆਂ। ਬਹੁਤ ਸਾਰੀਆਂ ਥਾਵਾਂ ਤੇ ਉਹ ਨਹੀਂ ਜਾ ਸਕਣਗੇ। ਇੱਕ ਤਰੀਕੇ ਨਾਲ ਬਾਈਕਾਟ ਵਰਗੀ ਸਥਿਤੀ ਬਣ ਜਾਵੇਗੀ। ਸੋ ਇਸ ਕਰਕੇ ਜਿਹੜਾ ਵਾ ਉਹਨਾਂ ਵੱਲੋਂ ਇਹ ਹੋਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਪਰ ਹੁਣ ਗੱਲ ਇਹ ਵੀ ਆ ਕਿ ਇਹ ਵੈਕਸੀਨੇਸ਼ਨ ਪਾਸਪੋਰਟ ਦੀ ਗੱਲ ਕਿੰਨਾ ਚਿਰ ਰਹਿੰਦੀ ਆ, ਕਦੋਂ ਤੱਕ ਜਿਹੜਾ ਸਿਸਟਮ ਰੱਖਿਆ ਜਾਂਦਾ ਵੀ ਇੱਕ ਸਵਾਲ ਆ। ਪਰ ਇੰਨਾ ਜ਼ਰੂਰ ਹੈ ਕਿ ਫਿਲਹਾਲ ਲੋਕ ਆਪਣੀ ਐਪ ਦੇ ਵਿੱਚ, ਆਪਣੇ ਮੋਬਾਈਲ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੀ ਐਪ ਆ ਉਹ ਭਰ ਰਹੇ ਨੇ, ਤੇ ਖਾਸ ਕਰਕੇ ਵੈਬਸਾਈਟ ਤੇ ਜਾ ਕੇ ਜਿਹੜਾ ਉਹ ਵੈਕਸੀਨੇਸ਼ਨ ਪ੍ਰੂਫ ਜਿਹੜਾ ਮੰਗ ਰਹੇ ਨੇ।
ਜੀ ਬਿਲਕੁਲ। ਪਰ ਗੱਲ ਇਹ ਵੀ ਹੈ ਇੱਥੇ ਕਿ ਵੱਖ-ਵੱਖ ਸੂਬਿਆਂ ਤੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆ ਰਹੀ ਹੈ। ਐਲਬਰਟਾ ਦੀ ਅਸੀਂ ਕੱਲ ਵੀ ਗੱਲ ਕੀਤੀ ਸੀ ਤੇ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 10 ਮੇਅਰ ਜਿਹੜੇ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਪ੍ਰੀਮੀਅਰ ਦੇ ਕੋਲ ਕਿ ਹੁਣ ਇੱਥੇ ਵੀ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਹੈ ਉਸਨੂੰ ਲਾਗੂ ਕੀਤਾ ਜਾਵੇ। ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਦੇ ਨਾਲ ਕੀ ਹੋ ਸਕਦਾ ਹੈ? ਜੀ ਜੀ ਬਿਲਕੁਲ, ਔਰ ਖਾਸ ਕਰਕੇ ਤੁਸੀਂ ਅਲਬਰਟਾ ਦੀ ਗੱਲ ਕੀਤੀ ਹੈ, ਉਹਨਾਂ ਵੱਲੋਂ ਕੋਈ ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਜਿਹੜੀ ਹੈ ਜੈਸਨ ਕੈਨੀ ਉੱਥੇ ਦੇ ਪ੍ਰੀਮੀਅਰ ਨੇ, ਜੋ ਕੰਜ਼ਰਵੇਟਿਵ ਪਾਰਟੀ ਨਾਲ ਹੀ ਪਹਿਲਾਂ ਸੰਬੰਧ ਰੱਖਦੇ ਸੀ, ਇਮੀਗ੍ਰੇਸ਼ਨ ਮਿਨਿਸਟਰ ਵੀ ਰਹੇ ਨੇ ਜਦੋਂ ਕੰਜ਼ਰਵੇਟਿਵ ਦੀ ਸਰਕਾਰ ਸੀ। ਸੋ ਉਹਨਾਂ ਨੇ ਪ੍ਰੂਫ ਆਫ ਵੈਕਸੀਨੇਸ਼ਨ ਦੀ ਜਿਹੜੀ ਉਹ ਗੱਲ ਨਹੀਂ ਕੀਤੀ ਆ। ਇਹਦੇ ਤੋਂ ਇਲਾਵਾ ਉਹਨਾਂ ਨੇ ਗੱਲ ਇਹ ਕੀਤੀ ਆ ਕਿ $100 ਦਾ ਜਿਹੜਾ ਉਹ ਮੁਨਾਫਾ ਦਿੱਤਾ ਜਾਵੇਗਾ ਉਹਨਾਂ ਲੋਕਾਂ ਨੂੰ ਜੋ ਵੈਕਸੀਨੇਸ਼ਨ ਲਵਾਉਣਗੇ, ਜਾਂ ਲੋਟਰੀ ਸਿਸਟਮ ਜਿਹੜਾ ਕੀਤਾ ਸੀ। ਪਰ ਡਾਕਟਰਾਂ ਨੇ, ਅਸੀਂ ਬੀਤੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਡਾਕਟਰਾਂ ਨੇ ਕਿਹਾ ਸੀ ਕਿ ਇੰਨੇ ਨਾਲ ਗੱਲ ਨਹੀਂ ਬਣਨੀ, ਸਾਨੂੰ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਲੈ ਕੇ ਆਉਣਾ ਚਾਹੀਦਾ ਆ। ਤੇ ਹੁਣ ਜਿਹੜੇ ਸ਼ਹਿਰਾਂ ਦੇ ਮੇਅਰ ਨੇ, ਔਰ ਜਿਵੇਂ ਤੁਸੀਂ ਗਿਣਤੀ ਦੱਸੀ ਹੈ ਕਿ 10 ਸ਼ਹਿਰਾਂ ਦੇ ਮੇਅਰ, ਸੋ ਇੱਕ ਵੱਡੀ ਗਿਣਤੀ ਅਸੀਂ ਕਹਿ ਸਕਦੇ ਹਾਂ ਕਿ ਇੰਨੇ ਇੱਕ ਜਿਹੜੇ ਮੇਅਰ ਆ ਉਹ ਇਸ ਹੱਕ ਵਿੱਚ ਨੇ ਕਿ ਪ੍ਰੂਫ ਆਫ ਵੈਕਸੀਨੇਸ਼ਨ ਉਹ ਲਿਆਂਦਾ ਜਾਵੇ ਅਲਬਰਟਾ ਦੇ ਵਿੱਚ, ਤਾਂ ਕਿ ਉੱਥੇ ਦੀ ਇਕੋਨਮੀ ਨੂੰ ਦੁਬਾਰਾ ਝਟਕਾ ਨਾ ਲੱਗੇ, ਕਿਉਂਕਿ ਕੇਸ ਉੱਥੇ ਵਧੇ ਨੇ। ਹਦਾਇਤਾਂ ਫਿਰ ਉੱਥੇ ਜਾਰੀ ਕੀਤੀਆਂ ਗਈਆਂ ਨੇ, ਫਿਰ ਕੁਝ ਰੋਕਾਂ ਲਾਈਆਂ ਗਈਆਂ ਨੇ। ਸੋ ਇਸੇ ਕਰਕੇ ਦੁਬਾਰਾ ਮੰਗ ਕੀਤੀ ਜਾ ਰਹੀ ਆ ਕਿ ਘੱਟੋ ਘੱਟ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਉਹ ਲਾਗੂ ਕੀਤਾ ਜਾਣਾ ਚਾਹੀਦਾ ਆ, ਤਾਂ ਕਿ ਕਰੋਨਾ ਵਾਇਰਸ ਤੇ ਕਾਬੂ ਪਾਇਆ ਜਾ ਸਕੇ। ਜੀ ਬਿਲਕੁਲ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਜਿਹੜੀ ਉਡਾਨਾਂ ਦੇ ਨਾਲ ਸੰਬੰਧਿਤ ਹੈ। ਇੱਕ ਚੰਗੀ ਖਬਰ ਵੀ ਹੈ ਬਹੁਤਿਆਂ ਦੇ ਵਾਸਤੇ ਕਿ ਕੈਨੇਡਾ ਵੱਲੋਂ ਪੂਰਨ ਰੂਪ ਦੇ ਵਿੱਚ ਆਪਣੇ ਬਾਰਡਰ ਖੋਲ ਦਿੱਤੇ ਗਏ ਨੇ, ਹਰ ਤਰ੍ਹਾਂ ਦੇ ਵੀਜ਼ਾ ਵਾਲੇ ਆ ਸਕਦੇ ਨੇ। ਪਰ ਮਾਹਰਾਂ ਵੱਲੋਂ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਉਹ ਕਹਿੰਦੇ ਨੇ ਕਿ ਇਸ ਦੇ ਨਾਲ ਹੁਣ ਕਰੋਨਾ ਵਾਇਰਸ ਦੇ ਮਾਮਲੇ ਵੱਧ ਸਕਦੇ ਨੇ। ਖਾਸ ਤੌਰ ਦੇ ਉੱਪਰ ਜਿਹੜੀ ਚਿੰਤਾ ਹੈ ਉਹਨਾਂ ਵੱਲੋਂ ਡੈਲਟਾ ਵੇਰੀਐਂਟ ਨੂੰ ਲੈ ਕੇ ਪ੍ਰਗਟਾਈ ਗਈ ਹੈ। ਜੋ ਮਾਹਰਾਂ ਦਾ ਕਹਿਣਾ ਹੈ ਤੇ ਜੋ ਕੈਨੇਡਾ ਸਰਕਾਰ ਵੱਲੋਂ ਕੀਤਾ ਗਿਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਕਿਉਂਕਿ ਅਸੀਂ ਲਗਾਤਾਰ, ਔਰ ਖਾਸ ਕਰਕੇ ਸਾਨੂੰ ਦਰਸ਼ਕਾਂ ਦੇ ਸਵਾਲ ਵੀ ਆਉਂਦੇ ਰਹਿੰਦੇ ਸੀਗੇ ਵੀ ਭਾਈ ਵਿਜ਼ਟਰ ਵੀਜ਼ੇ ਵਾਲੇ ਕਦੋਂ ਅਲਾਉ ਕਰਨਗੇ, ਸਾਡੇ ਬੱਚੇ ਉੱਥੇ ਪੜ੍ਹਦੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਇੱਥੇ ਨੇ, ਉਹਨਾਂ ਦੇ ਜਾਂ ਹੋਰ ਪਰਿਵਾਰਕ ਮੈਂਬਰ ਇੱਥੇ ਨੇ। ਉਸ ਤੋਂ ਬਹੁਤ ਦੇਰ ਦੇ ਸਵਾਲ ਕਰ ਰਹੇ ਸੀ ਕਿ ਅਸੀਂ ਉਹਨਾਂ ਨੂੰ ਪਿਛਲੇ 2 ਸਾਲ ਤੋਂ ਮਿਲੇ ਨਹੀਂ ਆ ਜਾਂ 1.5 ਸਾਲ ਤੋਂ ਮਿਲੇ ਨਹੀਂ ਆ। ਸੋ ਸਾਨੂੰ ਕਦੋਂ ਜਿਹੜੀ ਇਜਾਜ਼ਤ ਉਹ ਮਿਲੇਗੀ, ਕਿਉਂਕਿ ਜਿਹੜੀ ਇਜਾਜ਼ਤ ਸੀ ਵਿਜ਼ਟਰ ਵੀਜ਼ੇ ਵਾਲੇ ਨੂੰ ਸਿਰਫ ਐਮਰਜੈਂਸੀ ਹਾਲਾਤਾਂ ਦੇ ਵਿੱਚ ਹੀ ਆ ਸਕਦੇ ਸੀ, ਜਾਂ ਕਿਸੇ ਦਾ ਕੋਈ ਨੇੜਲਾ ਬਲੱਡ ਰਿਲੇਸ਼ਨ ਦੇ ਵਿੱਚੋਂ ਬਹੁਤ ਜ਼ਿਆਦਾ ਬਿਮਾਰ ਹੋਵੇ, ਜਾਂ ਫਿਰ ਕੋਈ ਸੰਸਕਾਰ ਵਰਗਾ ਜਿਹੜਾ ਉਹ ਕੋਈ ਸਮਾਗਮ ਹੋਵੇ, ਤਾਂ ਉਹਦੇ ਲਈ ਜਿਹੜਾ ਸੀ ਉਹ ਆ ਸਕਦੇ ਸੀ। ਇਸ ਤਰੀਕੇ ਦੇ ਹਾਲਾਤ ਸੀ। ਪਰ ਹੁਣ ਜਿਹੜਾ ਵਾ, ਜੇਕਰ ਅਸੀਂ ਕਹੀਏ ਤਾਂ ਬੀਤੇ ਦਿਨ ਤੋਂ ਆਮ ਜਿਹੜੀ ਆ ਉਹ ਯਾਤਰਾ ਸ਼ੁਰੂ ਹੋ ਚੁੱਕੀ ਆ। ਬਸ ਸ਼ਰਤ ਇਹ ਆ ਕਿ ਉਹਨਾਂ ਦੇ ਵੈਕਸੀਨੇਸ਼ਨ ਲੱਗੀ ਹੋਣੀ ਚਾਹੀਦੀ ਆ। ਸੋ ਪਹਿਲਾਂ ਵੀ ਕੁਝ ਮਾਹਰ ਇਹ ਖਾਸ਼ੇ ਜਤਾ ਰਹੇ ਸੀ, ਪਰ ਹੁਣ ਇੱਕ ਵਾਰੀ ਫਿਰ ਉਹਨਾਂ ਨੇ ਪ੍ਰਗਟਾਵਾ ਕੀਤਾ ਆ ਕਿ ਬਾਰਡਰ ਖੋਲ੍ਹਣ ਦੇ ਨਾਲ, ਕਿਉਂਕਿ ਜੇਕਰ ਹੁਣ ਅਸੀਂ ਦੇਖੀਏ ਤਾਂ ਅਮਰੀਕਾ ਵਾਲੇ ਬਾਰਡਰ ਵੀ ਸਾਰੇ ਇਸ ਵਕਤ ਖੁੱਲ੍ਹ ਚੁੱਕੇ ਨੇ। ਉੱਥੋਂ ਜਿਨ੍ਹਾਂ ਲੋਕਾਂ ਦੇ ਵੈਕਸੀਨ ਲੱਗੀ ਹੋਈ ਆ ਉਹ ਕੈਨੇਡਾ 'ਚ ਦਾਖਲ ਹੋ ਸਕਦੇ ਨੇ। ਬੇਸ਼ੱਕ ਅਮਰੀਕਾ ਨੇ ਹਾਲੇ ਤੱਕ ਬਾਰਡਰ ਨਹੀਂ ਖੋਲ੍ਹੇ ਆ। ਇਸੇ ਤਰੀਕੇ ਨਾਲ ਹੁਣ ਜੇਕਰ ਅਸੀਂ ਦੇਖੀਏ ਤਾਂ ਹਵਾਈ ਸਫ਼ਰ ਵੀ ਲਗਭਗ ਇਸੇ ਤਰੀਕੇ ਨਾਲ ਸ਼ੁਰੂ ਹੋਇਆ। ਭਾਰਤ ਤੋਂ ਜੇਕਰ ਅਸੀਂ ਇਸ ਵਕਤ ਛੱਡ ਲਈਏ, ਕਿਉਂਕਿ ਡਾਇਰੈਕਟ ਫਲਾਈਟਾਂ ਉੱਥੋਂ ਨਹੀਂ ਆ ਰਹੀਆਂ, ਇਸ ਕਰਕੇ ਉੱਥੋਂ ਹਾਲੇ ਆਉਣ ਵਾਲੇ ਲੋਕ ਘੱਟ ਆ, ਕਿਉਂਕਿ ਇੱਕ ਤਾਂ ਟਿਕਟ ਮਹਿੰਗੀ ਬਹੁਤ ਪੈ ਰਹੀ ਆ, ਦੂਜੀ ਖੱਜਲ ਖੁਆਰੀ ਵੀ ਕਾਫੀ ਹੋ ਰਹੀ ਹੈ। ਕਈ ਮੁਲਕਾਂ ਤੋਂ ਘੁੰਮ ਕੇ ਉਹਨਾਂ ਨੂੰ ਤੀਜੇ ਥਾਂ ਤੋਂ ਉੱਥੋਂ ਟੈਸਟ ਕਰਾ ਕੇ ਆਉਣਾ ਪੈ ਰਿਹਾ। ਸੋ ਇਸ ਕਰਕੇ ਜਿਹੜਾ ਵਾ ਉੱਥੋਂ ਹਲੇ ਲੋਕ ਘੱਟ ਆ ਰਹੇ ਆ, ਪਰ ਬਾਕੀ ਥਾਵਾਂ ਤੋਂ ਲੋਕ ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ। ਸੋ ਇਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹਨਾਂ ਜਿਹੜੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਸਕਦੇ ਆ। ਪਰ ਜੇਕਰ ਅਸੀਂ ਬਾਰਡਰ ਅਧਿਕਾਰੀਆਂ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਹੁਣ ਇਹ ਦਰ ਬਹੁਤ ਘਟ ਗਈ ਆ ਕਿ ਕਰੋਨਾ ਵਾਇਰਸ ਨਾਲ ਪੀੜਤ ਲੋਕ, ਪੋਜ਼ਿਟਿਵ ਕੇਸ ਜਿਹੜੇ ਆ ਉਹ ਜਿਹੜੇ ਆ ਬਾਰਡਰ ਤੇ ਅਪਰੋਚ ਜਿਹੜੇ ਕਰ ਰਹੇ ਆ, ਹੁਣ ਉਹਨਾਂ ਦੀ ਜਿਹੜੀ ਗਿਣਤੀ ਆ ਇਸ ਵਕਤ ਕਾਫੀ ਕਮੀ ਆਈ ਆ। ਪਰ ਫਿਰ ਵੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਹਾਲਾਤ ਹਾਲੇ ਥੋੜੇ ਖਰਾਬ ਹੋ ਸਕਦੇ ਆ। ਇਹ ਬਾਰਡਰ ਹਾਲੇ ਇਸ ਤਰੀਕੇ ਨਾਲ ਨਹੀਂ ਖੋਲ੍ਹੇ ਜਾਣੇ ਚਾਹੀਦੇ ਸੀ। ਲੋਕਾਂ ਵੱਲੋਂ ਉਡੀਕ ਸੀ, ਸਿਹਤ ਮਾਹਰ ਚਿੰਤਾ ਪ੍ਰਗਟ ਕਰ ਰਹੇ ਨੇ। ਖੈਰ ਹੁਣ ਬਾਰਡਰ ਖੁੱਲ ਚੁੱਕੇ ਆ, ਦੇਖਦੇ ਕੀ ਹਾਲਾਤ ਬਣਦੇ ਨੇ। ਜੀ ਬਿਲਕੁਲ। ਇਸ ਤੋਂ ਬਾਅਦ ਅਸੀਂ ਇਹ ਵੀ ਗੱਲ ਕਰਨਾ ਚਾਹਾਂਗੇ ਕਿ ਗ੍ਰੀਨ ਪਾਰਟੀ ਵੱਲੋਂ ਅੱਜ ਆਪਣਾ ਪਲੇਟਫਾਰਮ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਈ ਵਾਅਦੇ ਕੈਨੇਡਾ ਵਾਸੀਆਂ ਦੇ ਨਾਲ ਕੀਤੇ ਹੈ। ਇਸ ਦੇ ਵਿੱਚ ਅਫੋਰਡੇਬਲ ਹਾਊਸਿੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲੋਨ ਮਾਫ ਕਰਨ ਸੰਬੰਧੀ ਵੀ ਗੱਲ ਕੀਤੀ ਗਈ ਹੈ। ਯੂਨੀਵਰਸਲ ਹੈਲਥ ਕੇਅਰ, ਡੈਂਟਲ ਹੈਲਥ ਕੇਅਰ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਨਾਂ ਵੱਲੋਂ ਆਪਣੇ ਪਲੇਟਫਾਰਮ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਗ੍ਰੀਨ ਪਾਰਟੀ ਦੇ ਇਸ ਪਲੇਟਫਾਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ ਬਿਲਕੁਲ, ਜੇਕਰ ਅਸੀਂ ਗੱਲ ਕਰੀਏ ਗ੍ਰੀਨ ਪਾਰਟੀ ਦੀ ਤਾਂ ਹਾਲੇ ਬੇਸ਼ੱਕ ਬਹੁਤ ਘੱਟ ਜਿਹੜਾ ਸਮਰਥਨ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ। ਕੁਝ ਕੁ ਸੀਟਾਂ ਉਹ ਜਿੱਤਦੇ ਰਹੇ ਨੇ, ਖਾਸ ਕਰਕੇ 2-3 ਸੀਟਾਂ, ਔਰ ਇਸ ਵਾਰ ਸਰਵੇ ਵਿੱਚ ਦੱਸਿਆ ਜਾ ਰਿਹਾ ਕਿ 1 ਸੀਟ ਉਹ ਜਿੱਤ ਰਹੇ ਨੇ।
ਪਰ ਜਿਹੜਾ ਪਲੇਟਫਾਰਮ ਜਾਰੀ ਕੀਤਾ ਜਾ ਰਿਹਾ ਉਹ ਲਗਭਗ ਕਾਫੀ ਹੱਦ ਤੱਕ ਅਸੀਂ ਕਹਿ ਲਏ ਕਿ ਐਨਡੀਪੀ ਨਾਲ ਵੀ ਜਿਹੜਾ ਮੈਚ ਖਾਂਦਾ ਹੈ, ਕਿਉਂਕਿ ਜਗਮੀਤ ਸਿੰਘ ਵੀ ਡੈਂਟਲ ਕੇਅਰ ਦੀ ਗੱਲ ਕਰਦੇ ਨੇ, ਉਹ ਵੀ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਕਰਦੇ ਨੇ, ਫਾਰਮਾ ਕੇਅਰ ਦੀ ਗੱਲ ਕਰਦੇ ਨੇ, ਔਰ ਇਹਦੇ ਨਾਲ ਜਿਹੜਾ ਵਾ ਉਹ ਕਲਾਈਮੇਟ ਚੇਂਜ ਦੀ ਗੱਲ ਕਰਦੇ ਨੇ। ਸੋ ਇਸੇ ਆਧਾਰ ਤੇ ਹਾਲਾਂਕਿ ਗ੍ਰੀਨ ਪਾਰਟੀ ਜਿਹੜੀ ਬਣੀ ਆ, ਸੋ ਉਹਨਾਂ ਵੱਲੋਂ ਜਿਹੜੇ ਉਹ ਵਾਅਦੇ ਕੀਤੇ ਗਏ ਨੇ, ਪਰ ਗ੍ਰੀਨ ਪਾਰਟੀ ਦੇ ਬਾਰੇ ਇਸ ਵਕਤ ਇਹ ਕਿਹਾ ਜਾ ਰਿਹਾ ਕਿ ਜਿਹੜੇ ਉਹਨਾਂ ਦੇ ਲੀਡਰ ਆ ਉਹ ਬਹੁਤਾ ਪ੍ਰਭਾਵ ਪਾਉਣ ਦੇ ਵਿੱਚ ਜਿਹੜਾ ਉਹ ਕਾਮਯਾਬ ਨਹੀਂ ਰਹੇ। ਖਾਸ ਕਰਕੇ ਜਿਹੜੇ ਪਿਛਲੇ ਲੀਡਰ ਸੀ ਉਹਨਾਂ ਨਾਲੋਂ ਜਿਹੜਾ ਬਹੁਤਾ ਜ਼ਿਆਦਾ ਪ੍ਰਭਾਵ ਉਹਨਾਂ ਦਾ ਇਸ ਵਕਤ ਨਜ਼ਰ ਨਹੀਂ ਆ ਰਿਹਾ। ਪਰ ਪਲੇਟਫਾਰਮ ਦੀ ਉਹਨਾਂ ਦੀ ਚਰਚਾ ਹੋ ਰਹੀ ਆ, ਪਰ ਉਸ ਤਰੀਕੇ ਨਾਲ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਜਿਸ ਤਰੀਕੇ ਨਾਲ ਆਮ ਤੌਰ ਤੇ ਪਾਰਟੀਆਂ ਜਿਹੜੀਆਂ ਧਾਮ-ਧਾਮ ਨਾਲ ਜਿਹੜੀਆਂ ਰਿਲੀਜ਼ ਕਰਦੀਆਂ ਨੇ। ਸੋ ਦੇਖਦੇ ਹਾਂ ਕਿ ਇਸ ਵਾਰ ਕਿਸ ਤਰੀਕੇ ਦੀ ਪਰਫਾਰਮੈਂਸ ਰਹਿੰਦੀ ਉਹਨਾਂ ਦੀ, ਔਰ ਇਸ ਪਲੇਟਫਾਰਮ ਤੇ ਕਿੰਨੇ ਕੁ ਲੋਕ ਜਿਹੜੇ ਉਹ ਯਕੀਨ ਕਰਦੇ ਨੇ। ਜੀ ਬਿਲਕੁਲ, ਇੱਕ ਹੋਰ ਚੀਜ਼ ਬੜੀ ਖਾਸ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਵੱਖ-ਵੱਖ ਸੂਬੇ, ਹੁਣ ਕਈ ਅਜਿਹੇ ਸੂਬੇ ਨੇ ਜਿਨ੍ਹਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇੱਥੇ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਜਿਹੜਾ ਹੈ ਉਹ ਲਾਗੂ ਕੀਤਾ ਜਾਵੇਗਾ। ਕਈ ਸੂਬਿਆਂ ਵੱਲੋਂ ਅਜਿਹਾ ਐਲਾਨ ਕੀਤਾ ਜਾਣਾ ਬਾਕੀ ਹੈ, ਪਰ ਇੱਕ ਪੋਲ ਅਜਿਹਾ ਵੀ ਸਾਹਮਣੇ ਹੈ ਜਿਸ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਹੁਣ ਪਹਿਲਾਂ ਦੇ ਮੁਕਾਬਲੇ ਇਸ ਪ੍ਰੂਫ ਆਫ ਵੈਕਸੀਨੇਸ਼ਨ ਨੂੰ ਸਪੋਰਟ ਕਰ ਰਹੇ ਨੇ। ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਇਹ ਗਿਣਤੀ ਵੱਧਦੀ ਹੈ ਉਹਨਾਂ ਲੋਕਾਂ ਦੀ ਜਿਹੜੇ ਹੁਣ ਕਹਿੰਦੇ ਨੇ ਕਿ ਪ੍ਰੂਫ ਆਫ ਵੈਕਸੀਨੇਸ਼ਨ ਮੰਗਣਾ ਚਾਹੀਦਾ ਹੈ? ਜੀ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸਦੇ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਸਰਵੇ ਜਿਹੜੇ ਉਹ ਬਹੁਤ ਹੁੰਦੇ ਨੇ। ਹੁਣ ਤਾਂ ਖੈਰ ਇਲੈਕਸ਼ਨ ਚੱਲ ਰਹੀਆਂ, ਹੁਣ ਤਾਂ ਸਰਵੇ ਹੋਣੇ ਆ, ਪਰ ਆਮ ਤੌਰ ਤੇ ਵੀ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਆ ਤਾਂ ਸਰਵੇ ਕਰਨ ਜਿਹੜਾ ਵਾ ਬਹੁਤ ਛੇਤੀ ਇੱਥੇ ਲੋਕ ਜਾਂਦੇ ਨੇ, ਔਰ ਸਰਵੇ ਕਰਕੇ ਝੱਟ ਉਹਦੇ ਅੰਕੜੇ ਬਾਹਰ ਆ ਜਾਂਦੇ ਆ। ਪਰ ਇਹ ਤਾਂ ਕੁਝ ਇੰਪੋਰਟੈਂਟ ਚੀਜ਼ਾਂ ਨੇ। ਜੇਕਰ ਅਸੀਂ ਪ੍ਰੂਫ ਆਫ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਮਈ ਮਹੀਨੇ ਜਿਹੜਾ ਸਰਵੇ ਆਇਆ ਸੀ ਉਹ 'ਚ ਬਹੁਤ ਘੱਟ ਲੋਕਾਂ ਨੇ ਸਮਰਥਨ ਦਿੱਤਾ ਸੀ, ਪਰ ਹੁਣ ਜੇਕਰ ਅੱਜ ਦੀ ਅਸੀਂ ਗੱਲ ਕਰੀਏ ਤਾਂ ਇਸ ਵਕਤ 70% ਤੋਂ ਵੱਧ ਲੋਕ ਜਿਹੜੇ ਮੰਨਦੇ ਆ ਕਿ ਪ੍ਰੂਫ ਆਫ ਵੈਕਸੀਨੇਸ਼ਨ ਹੋਣਾ ਚਾਹੀਦਾ ਆ। ਔਰ ਜੇਕਰ ਅਸੀਂ ਵੈਕਸੀਨ ਦਰ ਦੀ ਗੱਲ ਕਰੀਏ ਤਾਂ 85% ਲੋਕਾਂ ਦੇ ਪਹਿਲੀ ਡੋਜ਼ ਲੱਗ ਚੁੱਕੀ ਆ, 76% ਲੋਕਾਂ ਦੇ ਦੂਜੀ ਡੋਜ਼ ਲੱਗ ਚੁੱਕੀ ਆ। ਸੋ ਇਸ ਤੋਂ ਉਮੀਦ ਲਾਈ ਜਾ ਸਕਦੀ ਹੈ ਕਿ ਇੱਥੇ ਵੈਕਸੀਨ ਨੂੰ ਕਿੰਨਾ ਸਮਰਥਨ ਮਿਲਿਆ। ਪਰ ਜੇਕਰ ਅਸੀਂ ਇੱਥੇ BC ਦੀ ਗੱਲ ਕਰੀਏ ਤਾਂ ਇੱਥੇ ਵੀ ਵੈਕਸੀਨ ਜਿਹੜੀ ਆ ਵੱਡੀ ਪੱਧਰ ਤੇ ਆਲਰੇਡੀ ਲੱਗ ਚੁੱਕੀ ਆ, ਔਰ ਕੁਝ ਤਾਂ ਜਿਹੜੇ ਵੈਕਸੀਨੇਸ਼ਨ ਸੈਂਟਰ ਆ ਉਹ ਬੰਦ ਵੀ ਹੋ ਚੁੱਕੇ ਨੇ। ਹੁਣ ਕਈ ਥਾਵਾਂ ਤੇ ਲੱਗਦੀ ਆ ਪਰ ਹੱਲੇ ਵੀ। ਪਰ ਜੇਕਰ ਅਸੀਂ ਕੇਸਾਂ ਦੀ ਗੱਲ ਕਰੀਏ ਤਾਂ ਕੇਸ ਹੱਲੇ ਵੀ ਬਹੁਤ ਜ਼ਿਆਦਾ ਆ ਰਹੇ ਆ। ਅੱਜ ਦੀ ਜਿਹੜੀ ਡਿਟੇਲ ਆ ਅਸੀਂ ਦਰਸ਼ਕਾਂ ਨੂੰ ਵੀ ਸਾਂਝੀ ਕਰ ਦਿੰਦੇ ਆ ਕਿ BC ਜਿਹੜੀ ਅੱਜ ਦੀ ਡਿਟੇਲ ਸਰਕਾਰ ਵੱਲੋਂ ਜਾਰੀ ਕੀਤੀ ਗਈ ਆ, 814 ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਅੱਜ ਬ੍ਰਿਟਿਸ਼ ਕੋਲੰਬੀਆ ਦੇ ਸਾਹਮਣੇ ਆਏ ਆ। ਔਰ ਜੇਕਰ ਅਸੀਂ ਇਹਦੇ ਵਿੱਚ ਗੱਲ ਕਰੀਏ ਤਾਂ 241 ਕੇਸ ਜਿਹੜੇ ਉਹ ਫਰੇਜ਼ਰ ਹੈਲਥ ਦੇ ਵਿੱਚ ਆਏ ਨੇ, ਔਰ 135 ਕੇਸ ਵੈਨਕੂਵਰ ਕੋਸਟਲ ਹੈਲਥ, 272 ਕੇਸ ਜਿਹੜੇ ਆ ਇੰਟੀਰੀਅਰ ਹੈਲਥ ਰੀਜਨ ਤੋਂ ਆਏ ਆ, ਜਿੱਥੋਂ ਇਸ ਵਕਤ ਜ਼ਿਆਦਾ ਕੇਸ ਵਧਣੇ ਸ਼ੁਰੂ ਹੋਏ ਆ। ਨਾਰਥਰਨ ਹੈਲਥ ਰੀਜਨ ਦੇ ਵਿੱਚ 72 ਅਤੇ 90 ਕੇਸ ਜਿਹੜੇ ਉਹ ਆਈਲੈਂਡ, ਜਿਹੜਾ ਵੈਨਕੂਵਰ ਆਈਲੈਂਡ ਹੈਲਥ ਰੀਜਨ ਆ ਉੱਥੋਂ ਆਏ ਆ। ਤੇ ਇਸ ਵਕਤ 5550 ਜਿਹੜੇ ਕੁੱਲ ਐਕਟਿਵ ਕੇਸ BC ਵਿੱਚ ਅਸੀਂ ਦੇਖ ਸਕਦੇ ਆ। ਸੋ ਇਸ ਤਰੀਕੇ ਨਾਲ BC ਵਿੱਚ ਜੇਕਰ ਅਸੀਂ ਕਹੀਏ ਤਾਂ ਕੇਸ ਇੰਨੇ ਆ ਰਹੇ ਆ। ਉਧਰ ਅੰਟਾਰੀਓ 'ਚ ਵੀ ਕਾਫੀ ਕੇਸ ਆ ਰਹੇ ਨੇ, ਉੱਥੇ ਵੀ ਪ੍ਰੂਫ ਆਫ ਵੈਕਸੀਨੇਸ਼ਨ ਦਾ ਐਲਾਨ ਹੋ ਚੁੱਕਾ ਆ। ਸੋ ਕੁਝ ਕੁ ਜਿਹੜੀਆਂ ਸਟੇਟਾਂ ਨੇ, ਜਿਵੇਂ ਅਲਬਰਟਾ ਦੇ ਵਿੱਚ ਅਸੀਂ ਕਿਹਾ ਕਿ ਉੱਥੇ ਦੇ ਮੇਅਰ ਅੜੇ, ਉੱਥੇ ਦੇ ਮਾਫ ਕਰਨਾ ਪ੍ਰੀਮੀਅਰ ਅੜੇ ਹੋਏ ਨੇ। ਇੱਕ ਤੋਂ ਸੂਬੇ ਹੋਰ ਵੀ ਇਹੋ ਜਿਹੇ ਹੈਗੇ ਨੇ ਜਿੱਥੇ ਇਹੋ ਜਿਹੀ ਚਰਚਾ ਚੱਲ ਰਹੀ ਆ, ਆਸੇ-ਪਾਸੇ ਕੁਝ ਹੋਰ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪਰ ਪ੍ਰੂਫ ਆਫ ਵੈਕਸੀਨੇਸ਼ਨ ਤੋਂ ਕਿਨਾਰਾ ਕੀਤਾ ਜਾ ਰਿਹਾ। ਪਰ ਲੱਗਦਾ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਜੋਰਟੀ ਜਿਹੜੇ ਰੀਜਨ ਨੇ, ਮੈਜੋਰਟੀ ਜਿਹੜੀਆਂ ਪ੍ਰੋਵਿੰਸਸ ਨੇ, ਉੱਥੇ ਪ੍ਰੂਫ ਆਫ ਵੈਕਸੀਨੇਸ਼ਨ ਅਖੀਰ ਨੂੰ ਲਾਗੂ ਕਰਨਾ ਪਵੇਗਾ। ਜੀ ਬਿਲਕੁਲ ਲਾਗੂ ਕਰਨਾ ਪਵੇਗਾ। ਸੋ ਅੱਜ तमाम ਖਬਰਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕੀਤੀ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ, ਜਿੱਥੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਪਰ ਵੀ ਉਹਨਾਂ ਤੋਂ ਅਸੀਂ ਵਿਚਾਰ ਹਾਸਿਲ ਕੀਤੇ ਨੇ। ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਦੇ ਰਵਾਂਗੇ ਖਬਰਾਂ ਦਾ। ਬਾਕੀ ਖਬਰਾਂ ਦੇ ਲਈ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।